श्री गुरु नानक पद पंकज बंदन, पद पंकज बंदन। सिमरो अंगद दोख निकंदन, दोख निकंदन। अमरदास गुर हृदय त्यामो, हृदय त्याम। श्री गुरु रामदास गुण गामो, श्री गुरु रामदास गुण गामो। गुरु अर्जन विघ्नन के नाशक, विघ्नन के नाशक। गुरु हर गोबिंद शुभ मत प्रकाशक, शुभ मत प्रकाशक। गुरु हर राय नमो कर जूरी, नमो कर जूरी। गुरु हर कृष्ण मनाए बहोरी, मनाए बहोरी। तेग बहादुर परम कृपाला जी, परम कृपाला। गुरु गोबिंद सिंह विसाला, गुरु गोबिंद सिंह विसाला। तरों तरापुर पुन पुन सीसा जी, पुन पुन सीसा। बंदों बार बार जगदीशा, बंदों बार बार जगदीशा। श्री गुरु तेग बहादुर महाराज जी दे पावन पवित्र अस्थान गुरुद्वारा सीसगंज साहिब विखे श्री गुरु ग्रंथ साहिब महाराज जी की पावन ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਆਪ ਜੀ ਸ਼ਾਮ ਦੇ ਦੀਵਾਨਾਂ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਕਥਾ ਚੱਲ ਰਹੀ ਹੈ, ਉਸ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਜੁੜ ਬੈਠੇ ਹੋ। ਬਾਣੀ ਦਾ ਫਰਮਾਨ ਜਿੱਥੇ ਕਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੋਏ, ਜਿੱਥੇ ਪਰਮੇਸ਼ਰ ਦੀ ਗੱਲ ਕੀਤੀ ਜਾਂਦੀ ਹੋਏ, ਉਹ ਥਾਂ ਪਵਿੱਤਰ ਹੁੰਦਾ ਹੈ, ਉਹ ਥਾਂ ਪਾਵਨ ਹੁੰਦਾ ਹੈ। ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਸੀ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਨੇ ਅਣਥੱਕ ਸੇਵਾ ਕੀਤੀ। ਇੰਨੀ ਸੇਵਾ ਕੀਤੀ, ਗੁਰੂ ਦੇ ਦਿਲ ਨੂੰ ਚੰਗੇ ਲੱਗੇ। ਇੰਨੀ ਸੇਵਾ ਕਰਦੇ ਰਹੇ, ਪਾਤਸ਼ਾਹ ਦੇ ਮਨ ਨੂੰ ਭਾ ਗਏ। ਔਰ ਕੱਲ੍ਹ ਆਪਾਂ ਇਹ ਵੀ ਸ਼ਰਵਣ ਕੀਤਾ ਸੀ ਕਿਵੇਂ ਸ਼੍ਰੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਨੇ 7 ਵਾਰ 12 ਵਾਰ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਦਿੱਤੇ। ਆਓ ਹੁਣ ਜਿਵੇਂ ਅੱਗੇ ਕਥਾ ਚੱਲੇਗੀ, ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰਮੰਤਰ ਨੂੰ ਜਪਦੇ ਹੋਏ ਕਥਾ ਨੂੰ ਆਰੰਭ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। दोहरा कन का पावक दाव दिखै, मेल स्वरूप एक होए। ਕਹਿੰਦੇ ਜਿਵੇਂ
ਅੱਗ ਦਾ ਚੰਗਿਆੜਾ ਅਗਨੀ ਵਿੱਚ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ। ਇਸ ਤਰੀਕੇ ਨਾਲ ਸ਼੍ਰੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨਾਲ ਮਿਲ ਕੇ ਇੱਕ ਰੂਪ ਹੋ ਗਏ ਹਨ। ਤਿਮ ਹਮ ਤੁਮ ਕਹਿ ਪਏ ਭੇਦ ਨਾ ਜਾਣਿਆ ਕੋਏ। ਹੁਣ ਉਹਨਾਂ ਦੇ ਵਿੱਚ ਕੋਈ ਵੀ ਪਰਸਪਰ ਭੇਦ ਨਹੀਂ ਰਿਹਾ। ਨਾਲੇ ਮਿਲ ਜਾਣਾ ਕੀ ਹੁੰਦਾ ਹੈ, ਇਹਨੂੰ ਥੋੜਾ ਸਮਝਣ ਦੀ ਲੋੜ ਹੈ। ਜਿਵੇਂ ਇੱਕ ਪਾਣੀ ਦਾ ਰੰਗ ਲਾਲ ਹੋਏ, ਇੱਕ ਪਾਣੀ ਸਾਫ਼ ਹੋਏ, ਜਦੋਂ ਲਾਲ ਜਾਂ ਦੂਜੇ ਦਾ ਰੰਗ ਪੀਲਾ ਹੋਏ, ਦੋਵੇਂ ਮਿਲਦੇ ਨੇ, ਕਦੇ ਵੀ ਦੋਵੇਂ ਇੱਕ ਨਹੀਂ ਹੋ ਸਕਦੇ, ਕਿਉਂਕਿ ਦੋਵਾਂ ਦਾ ਰੰਗ ਇੱਕ ਹੋਣਾ ਚਾਹੀਦਾ, ਤਾਂ ਸਾਨੂੰ ਪਛਾਣ ਨਹੀਂ ਆਏਗੀ। ਨਹੀਂ ਅਸੀਂ ਕਹਿ ਸਕਦੇ ਹਾਂ ਇਸ ਟੱਪ ਦੇ ਵਿੱਚ ਦੋ ਪਾਣੀ ਨੇ, ਇੱਕ ਨੀਲਾ ਹੈ, ਇੱਕ ਲਾਲ ਹੈ, ਇੱਕ ਪੀਲਾ ਹੈ। ਪਰ ਜੇ ਕਿਤੇ ਇੱਕੋ ਰੰਗ ਦੇ ਹੋ ਜਾਣ ਫਿਰ ਪਛਾਣਿਆ ਨਹੀਂ ਜਾ ਸਕਦਾ ਇਹਦੇ ਵਿੱਚ ਪੀਲਾ ਕਿਹੜਾ ਹੈ, ਨੀਲਾ ਕਿਹੜਾ, ਲਾਲ ਕਿਹੜਾ। ਐਵੇਂ ਜਿਸ ਦਿਨ ਇੱਕ ਸਿੱਖ ਦੀ ਸੋਚ ਆਪਣੇ ਗੁਰੂ ਦੀ ਸੋਚ ਵਰਗੀ ਬਣ ਜਾਂਦੀ ਹੈ, ਜਿਵੇਂ ਪਰਮੇਸ਼ਰ ਨਿਰਵੈਰ ਹੈ ਉਹ ਵੀ ਨਿਰਵੈਰ ਬਣ ਜਾਏ, ਪਰਮੇਸ਼ਰ ਨਿਰਭਉ ਹੈ ਉਹਦੇ ਵੀ ਡਰ ਨਿਕਲ ਜਾਣ, ਦੁਨੀਆ ਦੇ ਵਿੱਚ ਕਿਸੇ ਚੀਜ਼ ਦਾ ਕੋਈ ਡਰ ਨਾ ਰਹੇ, ਹਮੇਸ਼ਾ ਇੱਕ ਰਸ ਬਿਰਤੀ ਬਣੀ ਰਹੇ, ਡਰ ਭੇਦ ਨਿਕਲ ਜਾਣ। ਜਿਸ ਦਿਨ ਕਿਤੇ ਐਸਾ ਹੋ ਜਾਂਦਾ ਹੈ, ਜਿਹਦੀ ਬਿਰਤੀ ਐਸੀ ਹੋ ਜਾਂਦੀ ਹੈ, ਜਿਹਨੂੰ ਬਾਣੀ ਕਹਿੰਦੀ ਹੈ ਹਰ ਕੋ ਸੋਖ ਜਾ ਕੇ ਨਹੀਂ ਬੈਰੀ ਮੀਤ ਸਮਾਨ, ਜਿਹਦੇ ਨੂੰ ਵੈਰੀਆਂ ਵਿੱਚ ਵੀ ਰੱਬ ਵੇਖਦਾ, ਮਿੱਤਰਾਂ ਵਿੱਚ ਵੀ ਰੱਬ ਵੇਖਦਾ, ਜਿਹਦੇ ਵਾਸਤੇ ਖੁਸ਼ੀ ਵੀ ਬਰਾਬਰ ਹੈ, ਗਮੀ ਵੀ ਬਰਾਬਰ ਹੈ, ਉਸ ਨੂੰ ਕਹਿੰਦੇ ਨੇ ਇਹ ਪਰਮੇਸ਼ਰ ਨਾਲ ਮਿਲ ਗਿਆ, ਇਸ ਦੀ ਪਰਮੇਸ਼ਰ ਦੇ ਨਾਲ ਸਾਂਝ ਪੈ ਚੁੱਕੀ ਹੈ। ਚੌਪਈ ਤਵ ਤਨ ਮਹਿਮ ਹੋਏ ਕਰ ਪਰਵੇਸ਼, ਕਰਨੇ ਹੈ ਜਗ ਕਾਜ ਵਿਸ਼ੇਸ਼। ਸ਼੍ਰੀ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ, ਇਹ ਸ਼੍ਰੀ ਅਮਰਦਾਸ ਜੀ, ਅਸੀਂ ਆਪਣੀ ਜੋਤ ਤੁਹਾਡੇ ਸਰੀਰ ਵਿੱਚ ਰੱਖਣੀ ਹੈ ਤੇ ਜਗਤ ਦੇ ਵਿੱਚ ਬੜੇ ਕੰਮ ਕਰਨੇ ਨੇ, ਬੜੇ ਜਿਹੜੇ ਕਾਰਜ ਹਜੇ ਕਰਨ ਵਾਲੇ ਪਏ ਹਨ। ਏਮ ਪ੍ਰਸੰਨ ਇੱਕ ਰੂਪ ਬਣਾਇਓ, ਸਤਿਗੁਰ ਸੇਵ ਸਕਲ ਸਕਲਾਇਓ। ਇਸ ਤਰ੍ਹਾਂ ਤੁਸੀਂ ਪ੍ਰਸੰਨ ਹੋ ਕੇ ਇੱਕ ਰੂਪ ਹੋ ਗਏ ਹੋ, ਗੁਰੂ ਦੀ ਸੇਵਾ ਕਰਕੇ ਸਾਰੇ ਫਲ ਪ੍ਰਾਪਤ ਕਰ ਲਏ ਹਨ। ਗੁਰ ਟਿਕ ਕਾਲ ਨਿਫਲ ਨ ਹੋਏ, ਬਾਛਤ ਪਾਏ ਕਰਤ ਭਾਜੋਏ। ਗੁਰੂ ਦੇ ਦੁਆਰੇ ਤੇ ਕੀਤੀ ਹੋਈ ਘਾਲ ਕਹਿੰਦੇ ਕਦੇ ਵੀ ਬਿਰਥੀ ਨਹੀਂ ਜਾਂਦੀ, ਬਿਰਥੀ ਘਾਲ ਨਾ ਜਾਈ। ਗੁਰੂ ਦੇ ਦੁਆਰੇ ਤੇ ਬਾਣੀ ਤੇ ਇਹ ਕਹਿੰਦੀ ਹੈ, ਰੱਬ ਦੇ ਅਰਥ ਤੇ ਕੋਈ ਡੱਕਾ ਵੀ ਭੰਨ ਲਏ ਨਾ ਉਹ ਵੀ ਖਾਲੀ ਨਹੀਂ ਜਾਂਦਾ, ਇੱਕ ਤਿਲ ਨਹੀਂ ਭੰਨਿਆ ਖਾਲੀ। ਪਰਮੇਸ਼ਰ ਦੇ ਅਰਥ ਤੇ ਜੇ ਡੱਕਾ ਹੀ ਤੋੜ ਲਿਆ ਨਾ ਉਹ ਵੀ ਖਾਲੀ ਨਹੀਂ ਜਾਂਦਾ। ਇਸ ਕਰਕੇ ਕਹਿੰਦੇ ਪਰਮੇਸ਼ਰ ਦੇ ਦਰ ਤੇ ਕੀਤੀ ਹੋਈ ਸੇਵਾ ਕਦੇ ਬਿਰਥੀ ਨਹੀਂ ਜਾਂਦੀ, ਉਹਦਾ ਫਲ ਮਨੁੱਖ ਨੂੰ ਮਿਲਦਾ ਜ਼ਰੂਰ ਹੈ। ਸਮਾਂ ਹੋ ਸਕਦਾ ਹੈ ਕਦੇ ਫਲ ਛੇਤੀ ਵੀ ਮਿਲ ਜਾਂਦਾ ਹੈ, ਕਦੇ ਲੇਟ ਵੀ ਮਿਲ ਜਾਂਦਾ। ਮੈਂ ਕਈ ਵਾਰੀ ਆਪ ਜੀ ਨੂੰ ਬਿਆਨ ਕੀਤਾ ਹੈ, ਰੁੱਖ ਕਿੰਨੇ ਪ੍ਰਕਾਰ ਦੇ ਹੁੰਦੇ ਨੇ, ਕਈ ਤੇ ਨਾਲੋਂ ਨਾਲ ਹੀ ਫਲ ਦਿੰਦੇ ਨੇ, ਕਈਆਂ ਨੂੰ ਸਾਲ ਵੀ ਲੱਗ ਜਾਂਦਾ, ਕਈਆਂ ਨੂੰ 2 ਸਾਲ ਵੀ ਲੱਗ ਜਾਂਦੇ ਨੇ, ਕਈਆਂ ਨੂੰ 10 ਸਾਲ ਵੀ ਲੱਗ ਜਾਂਦੇ ਨੇ। ਫਲ ਮਿਲਦਾ ਜ਼ਰੂਰ ਹੈ। ਮੈਂ ਕਹਿ ਦਿਆਂ ਚੰਗਿਆਂ ਦਾ ਵੀ ਤੇ ਮਾੜਿਆਂ ਦਾ ਵੀ, ਮਾੜਿਆਂ ਦਾ ਵੀ ਜ਼ਰੂਰ ਹੈ, ਚੰਗਿਆਂ ਦਾ ਵੀ ਜ਼ਰੂਰ ਹੈ। ਚੰਗਿਆਂ ਦਾ ਵੀ 10 ਗੁਣਾ ਮਿਲਦਾ, 100 ਗੁਣਾ ਮਿਲਦਾ ਹੈ, ਫਿਰ ਮਾੜਿਆਂ ਦਾ ਵੀ 100 ਗੁਣਾ ਮਿਲਦਾ। ਇਹ ਹੈ ਗੁਰੂ ਦੇ ਦੁਆਰੇ ਤੇ ਕੀਤੀ ਹੋਈ ਸੇਵਾ ਕਦੇ ਵੀ ਬਿਰਥੀ ਨਹੀਂ ਜਾਂਦੀ ਹੈ। ਕਹਿ ਸ੍ਰੀ ਗੁਰ ਸਿਰ ਮੁਕਟ ਉਤਾਰਾ, ਵਰ ਕੇ ਏਕਾਦਸ਼ ਕੋ ਜੋ ਧਾਰਾ। ਕਹਿੰਦੇ ਗੁਰੂ ਦੇ ਦਰ ਤੇ ਜਦੋਂ ਮਨੁੱਖ ਜਿਹੜੀ ਭਾਵਨਾ ਲੈ ਕੇ ਸੇਵਾ ਕਰੇ, ਭਾਵਨਾ ਉਹਦੀ ਆਪਣੀ ਹੋਣੀ ਚਾਹੀਦੀ ਹੈ, ਕਿਉਂਕਿ ਗੁਰੂ ਦੇ ਕੋਲ ਸਭ ਕੁਝ ਹੈ। ਜਿਵੇਂ ਇੱਕ ਸੌਦੇ ਵਾਲੀ ਦੁਕਾਨ ਤੇ ਜਾਈਏ ਨਾ, ਉੱਥੇ ਕਿੰਨਾ ਕੁਝ ਹੁੰਦਾ ਹੈ, ਜੋ ਸਾਡੀ ਮਰਜ਼ੀ ਉਹ ਲੈ ਲਓ। ਅੱਜ ਕੱਲ੍ਹ ਵੱਡੇ ਵੱਡੇ ਮੋਲ ਨੇ,
ਉਹਨਾਂ ਵਿੱਚ ਸਾਰਾ ਕੁਝ ਹੀ ਮਿਲਦਾ, ਜੋ ਮਰਜ਼ੀ ਲੈ ਲਓ। ਉੱਥੇ ਸੂਈ ਤੋਂ ਲੈ ਕੇ ਕਾਰ ਤੇ ਹੀ ਮਿਲਦੀ ਹੈ, ਜੋ ਮਰਜ਼ੀ ਲੈ ਸਕਦੇ ਹੋ। ਮਰਜ਼ੀ ਆਪਣੀ ਹੁੰਦੀ ਹੈ, ਜਿੰਨੀ ਆਪਣੀ ਕਮਾਈ ਹੁੰਦੀ ਹੈ ਉਨਾ ਹੀ ਮਿਲਦਾ ਹੈ। ਜਿੰਨੇ ਪੈਸੇ ਹੁੰਦੇ ਨੇ ਨਾ ਜੇਬ 'ਚ, ਚੀਜ਼ ਉਨੀ ਹੀ ਹੁੰਦੀ ਹੈ। ਗੁਰੂ ਦੇ ਦਰ ਤੇ ਹੈ ਤੇ ਸਭ ਕੁਝ। ਬਾਣੀ ਕਹਿੰਦੀ ਹੈ, ਪਹਿਲਾ ਸਵਾਲ ਹੈ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਅੱਗੇ ਜਵਾਬ ਵੀ ਹੈ, ਘਰ ਤਾਂ ਤੇਰਾ ਸਭ ਕੁਝ ਹੈ ਤੇਰੇ ਘਰ ਵਿੱਚ ਸਾਰਾ ਕੁਝ। ਮਿਲਦਾ ਕਿਹਨੂੰ ਹੈ? ਜਿਹਦੇ ਜਿੰਨੇ ਕਰਮ ਹੁੰਦੇ ਨੇ। ਆਪੋ ਆਪਣੇ ਭਾਗ ਨੇ, ਜਿਹੜੇ ਭਾਗਾਂ ਤੋਂ ਵੱਧ ਕਿਸੇ ਨੂੰ ਕੋਈ ਨਹੀਂ ਮਿਲਦਾ। ਜਿੰਨੀ ਕੁ ਉਹਨੇ ਸੇਵਾ ਕੀਤੀ ਹੈ, ਬੰਦਗੀ ਕੀਤੀ ਹੈ, ਭਜਨ ਬੰਦਗੀ ਅੱਜ ਦੀ ਕੀਤੀ ਹੈ, ਪੁਰਾਣੀ ਕੀਤੀ ਹੈ, ਉਹ ਮਿਲਣੀ ਹੈ ਉਹਨੂੰ, ਵਿਅਰਥ ਕਦੇ ਵੀ ਨਹੀਂ ਜਾਂਦੀ ਹੈ। ਜਿਸ ਮਹਿ ਜੀਵ ਕੀਤੇ ਅਨਿਆਦ, ਧਰਿਓ ਤਾਰ ਸੁਨਤ ਗੁਰ ਨਾਦ। ਫਿਰ ਮਹਾਰਾਜ ਜੀ ਨੇ ਜਿਹੜਾ ਉਹ ਸਰੋਪਾ ਬੰਨ੍ਹਦੇ ਹੁੰਦੇ ਸੀ ਨਾ ਸ਼੍ਰੀ ਅਮਰਦਾਸ ਜੀ, ਮਹਾਰਾਜ ਜੀ ਕਹਿੰਦੇ ਭਾਈ ਹੁਣ ਇਸ ਨੂੰ ਆਪਣੇ ਸਿਰ ਦੇ ਉੱਤੋਂ ਉਤਾਰਨਾ ਕਰੋ। ਸੁੰਦਰ ਜਲ ਇਸ਼ਨਾਨ ਕਰਾਇਆ, ਵਸਤਰ ਨਵੀਨ ਸਰਬ ਪਹਿਰਾਇਆ। ਜਲ ਦੇ ਨਾਲ ਇਸ਼ਨਾਨ ਕਰਾਇਆ ਤੇ ਨਵੇਂ ਸੋਹਣੇ ਵਸਤਰ ਜਿਹੜੇ ਪਾਏ, ਸੋਹਣੇ ਜਿਹੜੇ ਨਵੇਂ ਵਸਤਰ ਨੇ ਬਣਵਾ ਕੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਦਿੱਤੇ, ਸ਼੍ਰੀ ਗੁਰੂ ਅਮਰਦਾਸ ਜੀ ਨੂੰ ਦਿੱਤੇ ਹਨ। ਮੈਂ ਆਪਣੇ ਅਸਥਾਨ ਬਿਠਾਵਾਂ, ਗੁਰ ਤਾ ਗਾਦੀ ਤੈ ਹਰ ਖਾਵਾਂ। ਕਹਿਣ ਲੱਗੇ ਭਾਈ ਹੁਣ ਅਸੀਂ ਤੈਨੂੰ ਆਪਣੀ ਥਾਂ ਤੇ ਪਾਉਣਾ ਹੈ, ਸਾਡੀ ਥਾਂ ਤੇ ਸੇਵਾ ਕਰਨ ਦਾ ਤੁਹਾਡਾ ਸਮਾਂ ਆ ਗਿਆ ਹੈ। ਹੁਣ ਅਸੀਂ ਇੱਥੋਂ ਜਾਵਾਂਗੇ, ਪਰ ਸਾਡੀ ਥਾਂ ਤੇ ਸੇਵਾ ਹੁਣ ਤੁਸੀਂ ਕਰਨੀ ਹੈ। ਸਭ ਸੰਗਤ ਕਾ ਦਇਓ ਸੁਨਾਏ, ਏਉ ਮੇਰੋ ਅਬ ਰੂਪ ਸੁਹਾਏ। ਸਾਰੀ ਸੰਗਤ ਨੂੰ ਕਿਹਾ ਅੱਜ ਤੋਂ ਬਾਅਦ ਜੇ ਮੇਰੇ ਕਿਸੇ ਨੇ ਦਰਸ਼ਨ ਕਰਨੇ ਨੇ ਤੇ ਸ਼੍ਰੀ ਗੁਰੂ ਅਮਰਦਾਸ ਦੇ ਕਰ ਲੈਣ, ਮੇਰੇ ਹੀ ਦਰਸ਼ਨ ਨੇ। ਕਿਉਂਕਿ ਗੁਰੂ ਤੇ ਗੁਰੂ ਦੇ ਸੇਵਕ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਗੁਰੂ ਤੇ ਗੁਰੂ ਦਾ ਸੇਵਾਦਾਰ ਇੱਕੋ ਹੀ ਹੁੰਦੇ ਨੇ, ਫਰਕ ਕੋਈ ਨਹੀਂ। ਕਿਉਂਕਿ ਜਿਹੜੇ ਗੁਣ ਗੁਰੂ ਦੇ ਵਿੱਚ ਹੁੰਦੇ ਨੇ ਉਹੀ ਗੁਰੂ ਦੇ ਸੇਵਾਦਾਰ ਵਿੱਚ ਵੀ ਹੁੰਦੇ। ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗਿਆ ਦੁੱਖ। ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸੇਵਕ ਨੇ ਗੁਰੂ ਦੀਆਂ ਸਿੱਖਿਆਵਾਂ ਸੁਣੀਆਂ ਹੁੰਦੀਆਂ ਨੇ, ਸੇਵਕ ਨੇ ਆਪਣੇ ਮਨ ਵਿੱਚ ਗੁਰੂ ਨੂੰ ਧਾਰ ਲਿਆ ਹੁੰਦਾ ਹੈ। ਮੈਂ ਤਾਂ ਇਵੇਂ ਕਹਿ ਦਿਆਂ, ਜਦੋਂ ਗੁਰੂ ਵੱਲ ਧਿਆਨ ਜੁੜਦਾ ਨਾ, ਫਿਰ ਧਿਆਨ ਕਿਸੇ ਹੋਰ ਬੰਨੇ ਭਟਕਦਾ ਨਹੀਂ। ਉਹਦਾ ਧਿਆਨ ਫਿਰ ਬਸ ਗੁਰੂ ਦੇ ਬਚਨ ਹੀ ਸੁਣਦਾ, ਬਾਕੀ ਉਹਨੂੰ ਚੰਗਾ ਹੀ ਕੁਛ ਨਹੀਂ ਲੱਗਦਾ। ਜਿਵੇਂ ਨਾ ਬਾਣੀ ਕਹਿੰਦੀ ਹੈ, ਜਿਵੇਂ ਵਿਖੇ ਹੇਤ ਪਰ ਨਾਰੀ। ਜਿਵੇਂ ਵਿਸ਼ੇ ਹੀ ਮਨੁੱਖਾਂ ਦਾ ਮਾੜੇ ਬੰਨੇ ਧਿਆਨ ਜੁੜਿਆ ਹੁੰਦਾ, ਉਹਨਾਂ ਨੂੰ ਦੁਨੀਆ ਹੀ ਨਹੀਂ ਵਿਖਦੀ। ਲੜਾਈ ਦੇ ਵਿੱਚ ਐਸੇ ਕਈ ਮਨੁੱਖ ਲੱਗ ਜਾਂਦੇ ਨੇ, ਦੁਨੀਆ ਹੀ ਨਹੀਂ ਵਿਖਦੀ। ਕਈ ਮਨੁੱਖ ਜ਼ਿੰਦਗੀ ਵਿੱਚ ਖਾਣ ਦੇ ਵਿੱਚ ਇੰਨੇ ਬਿਜੀ ਨੇ, ਉਹਨਾਂ ਨੂੰ ਉਹ ਤੇ ਚੰਗਾ ਲੱਗਦਾ ਹੈ, ਦੁਨੀਆ ਦੇ ਗੀਤ ਤੇ ਚੰਗੇ ਲੱਗਦੇ ਨੇ, ਰੱਬ ਦੀ ਬਾਣੀ 'ਚ 5 ਮਿੰਟ ਵੀ ਨਹੀਂ ਕੱਢ ਸਕਦੇ। ਕਾਰਨ ਕੀ ਹੈ? ਕਿਉਂਕਿ ਮਨੁੱਖ ਉੱਥੇ ਹੀ ਬੈਠਦਾ ਹੈ ਜਿਹੜੀ ਉਹਦੇ ਮਤਲਬ ਦੀ ਚੀਜ਼ ਹੋਵੇ। ਮੈਂ ਕਈ ਵਾਰੀ ਅੱਜ ਵੀ ਇੱਕ ਥਾਂ ਕਥਾ ਕੀਤੀ, ਉਹ 'ਤੇ ਬੇਨਤੀ ਕਰ ਰਿਹਾ ਸੀ, ਸਾਧ ਸੰਗਤ ਕਦੇ ਯਾਦ ਰੱਖਿਓ, ਜੇ ਗੁਰਦੁਆਰੇ ਤੋਂ ਬਾਹਰ ਕਿਤੇ ਗੱਲ ਚੱਲਦੀ ਹੋਏ ਨਾ, ਕਿਵੇਂ ਮਾਇਆ ਕਮਾਈ ਜਾਏ, ਵੱਧ ਤੋਂ ਵੱਧ ਕਿਵੇਂ ਬਣਾਈ ਜਾਏ, ਕਿਵੇਂ ਹੁੰਦਾ ਹੈ, ਜੇ ਇਸ ਚੀਜ਼ ਦੀ ਕਥਾ ਚੱਲਦੀ ਹੋਏ 3-4 ਘੰਟੇ ਵੀ ਮਨੁੱਖ ਬੈਠਾ ਰਹੇਗਾ। ਉਹਨੂੰ ਨਾ ਇਹ ਹੋਏਗਾ ਵੀ ਮੈਂ ਬਾਹਰ ਚੱਲਾਂ, ਨਾ ਇਹ ਹੋਏਗਾ ਵੀ ਇੱਥੇ ਬੈਠਣਾ ਨਹੀਂ, ਫਟਾਫਟ ਬੈ। ਕਿਉਂ? ਉਹਦੇ ਮਤਲਬ ਦੀ ਚੀਜ਼ ਹੈ। ਜਿੱਥੇ ਮਤਲਬ ਦੀ ਚੀਜ਼ ਮਿਲਦੀ ਹੋਏ ਮਨੁੱਖ ਉੱਥੇ ਕਈ ਦਿਨ ਵੀ ਕੱਢ ਦਿੰਦਾ ਹੈ। ਜਿੱਥੇ ਉਹਨੂੰ ਲੱਗਦਾ ਮੇਰੇ ਹਜੇ ਮੇਰੇ ਸਮਝ ਨਹੀਂ ਆਉਂਦੀ, ਉੱਥੇ 5 ਮਿੰਟ ਵੀ ਨਹੀਂ ਕੱਢਦਾ। ਇਹੀ ਕਾਰਨ ਹੈ ਜਦੋਂ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਨੇ, 5 ਪੌੜੀਆਂ ਤੋਂ ਬਾਅਦ ਬਾਹਰ ਆ ਜਾਂਦੇ ਨੇ। ਕਾਰਨ ਇਹੀ ਹੈ, ਸਮਝ ਨਹੀਂ ਆ ਰਿਹਾ। ਹਾਂ, ਬਾਹਰ ਬਹਿ ਕੇ ਜਿਹੜੀਆਂ ਗੱਲਾਂ ਉਹਨਾਂ ਕਰਨੀਆਂ ਨੇ, ਉਹਨਾਂ ਸਾਰਿਆਂ ਨੂੰ ਸਮਝ ਆਉਣੀਆਂ ਨੇ, ਕੈਸੀਆਂ। ਕਿਉਂ? ਉਹਨਾਂ ਸਾਰਿਆਂ ਦੀ ਬੁੱਧੀ ਇੱਕ ਬਰਾਬਰ ਦੀ ਹੈ। ਗੁਰੂ ਦੀ ਮੱਤ ਦੇ ਨਾਲ ਹਜੇ ਉਹਦੇ ਸਿੱਖ ਦੀ ਮੱਤ ਮੈਚ ਨਹੀਂ ਕਰ ਰਹੀ।
ਗੁਰੂ ਕੁਝ ਹੋਰ ਦੱਸ ਰਿਹਾ ਹੈ, ਸਿੱਖ ਕੁਝ ਹੋਰ ਚੱਲ ਰਿਹਾ ਹੈ। ਪਰ ਮੈਂ ਇਹ ਕਹਿ ਦਿਆਂ ਉਹ ਸਿੱਖ ਨਹੀਂ ਹੁੰਦਾ। ਸਿੱਖ ਉਹ ਹੁੰਦਾ ਹੈ, ਉਹ ਤੇ ਇਹ ਕਹਿੰਦਾ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਮੇਰੇ ਕੰਨਾਂ 'ਚ ਨਾ ਸੁਣਾਏ। ਸਾਕਤ ਨਾਦ ਗੀਤ ਧੁਨ ਗਾਵਤ ਬੋਲਤ ਬੋਲ ਅਜਾਏ। ਦੁਨੀਆ ਵਿਅਰਥ ਦੇ ਬੋਲ ਬੋਲੀ ਜਾਂਦੀ ਹੈ, ਮੈਂ ਉਹਨਾਂ 'ਚੋਂ ਕੀ ਲਵਾਂਗਾ। ਮੇਰੇ ਸਾਹਿਬ ਜੇ ਜ਼ਿੰਦਗੀ ਦੇ ਵਿੱਚ ਮੈਨੂੰ ਕੁਛ ਸੁਣਾਉਣਾ, ਆਪਣੀ ਪਵਿੱਤਰ ਬਾਣੀ ਸੁਣਾਈ, ਹੋਰ ਮੇਰੇ ਕੰਨਾਂ 'ਚ ਕੁਝ ਪਾਈ ਨਾ। ਇਸ ਕਰਕੇ ਕਦੀ ਨੋਟ ਕਰਨਾ, ਮਨੁੱਖ ਟੀਵੀਆਂ ਅੱਗੇ ਬਹਿੰਦਾ ਹੈ, ਅੱਕਦਾ ਨਹੀਂ, ਥੱਕਦਾ ਨਹੀਂ, ਅੱਖਾਂ ਨਹੀਂ ਪੀੜ ਹੁੰਦੀਆਂ, ਕਈ ਦੇਰ 2-2 ਘੰਟੇ 3-3 ਘੰਟੇ ਕੱਢ ਦਿੰਦਾ। ਕਾਰਨ ਕੀ ਹੈ? ਉਹਦੇ ਵਿੱਚ ਮਨ ਜੁੜਿਆ ਹੋਇਆ, ਧਿਆਨ ਉਹਦੇ ਵਿੱਚ ਪੱਕ ਗਿਆ ਹੈ। ਤੇ ਇਸ ਕਰਕੇ ਜ਼ਿੰਦਗੀ ਦੇ ਵਿੱਚ ਗੁਰੂ ਦੀ ਬਾਣੀ ਦੇ ਵਿੱਚ ਧਿਆਨ ਇਸ ਕਰਕੇ ਨਹੀਂ ਪੱਕਦਾ ਕਿਉਂਕਿ ਧਿਆਨ ਕਿਤੇ ਹੋਰ ਜੁੜਿਆ ਹੈ। ਇਸ ਕਰਕੇ ਹੌਲੀ 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 ਨਾਮ ਜਪਦੇ ਆ ਸੰਗਤ ਜਿਹੜੀ ਹੈ ਨਾ, ਇਹ ਧਿਆਨ ਨੂੰ ਤੋੜਦੀ ਹੈ ਦੂਜੇ ਵੱਲੋਂ। ਸਤ ਸੰਗਤ ਤਾਂ ਹੀ ਤੇ ਬਾਣੀ ਕਹਿੰਦੀ ਹੈ ਰੰਗ ਲਾਗਤ ਲਾਗਤ ਲਾ, ਇੱਕਦਮ ਨਹੀਂ ਲੱਗਦਾ, ਲਾਗਤ ਲਾਗਤ। ਰੰਗ ਰੋਜ਼ ਰੋਜ਼ ਲੱਗਦਾ ਹੈ। ਮੈਂ ਕਹਿ ਦਿਆਂ ਇੱਕ ਦਿਨ ਦੇ ਵਿੱਚ ਕੋਈ ਚੋਰ ਨਹੀਂ ਬਣਦਾ, ਰੋਜ਼ ਰੋਜ਼ ਬਣਦਾ ਹੈ। ਇੱਕ ਮਨੁੱਖ, ਸਾਡਾ ਕੋਈ ਬੱਚਾ ਹੈ, ਅੱਜ ਭੈੜੀ ਸੰਗਤ ਬੈਠਾ, ਅੱਜ ਹੀ ਰੋਕ ਲਵੋ। ਜੇ ਰੋਜ਼ ਰੋਜ਼ ਬਹਿਣੀ ਬਹਿ ਗਿਆ, ਇੱਕ ਦਿਨ ਵਿਗੜ ਜਾਏਗਾ। ਪਹਿਲੇ ਦਿਨ ਰੁਕਦਾ ਹੈ, ਦੂਜੇ ਦਿਨ ਰੁਕਦਾ ਹੈ, ਜਿਸ ਦਿਨ ਉਹਦੇ ਅੰਦਰ ਸੰਸਕਾਰ ਬਣ ਗਏ ਫਿਰ ਉਹ ਆਦਤ ਬਣ ਜਾਏਗੀ। ਜਿਸ ਦਿਨ ਆਦਤ ਬਣ ਗਈ, ਆਦਤਾਂ ਨਹੀਂ ਮਿਟਦੀਆਂ, ਸਾਰੀ ਉਮਰ ਦੀਆਂ ਆਦਤਾਂ ਪੈ ਜਾਂਦੀਆਂ। ਮਨੁੱਖ ਛੋਟੀ ਚੀਜ਼ ਤੋਂ ਸ਼ੁਰੂ ਹੁੰਦਾ ਹੈ। ਦੱਸਦੇ ਨੇ ਵਿਦਵਾਨ ਸੱਜਣ ਗੱਲ ਕਰਦੇ ਹੁੰਦੇ ਨੇ, ਕਹਿੰਦੇ ਇੱਕ ਵਾਰ ਇੱਕ ਮਨੁੱਖ ਬੜਾ ਵੱਡਾ ਚੋਰ ਬਣ ਗਿਆ, ਉਹਨੂੰ ਫਾਹ ਹੋਣ ਲੱਗਿਆ, ਫਾਂਸੀ ਹੋਣ ਲੱਗੀ। ਕਹਿੰਦੇ ਕੋਈ ਆਖਰੀ ਇੱਛਾ ਹੈ? ਕਹਿੰਦੇ ਮਾਂ ਨੂੰ ਮਿਲਾ ਦਿਓ। ਮਾਂ ਨੂੰ ਮਿਲਣ ਲਈ ਗਿਆ, ਆਪਣੀ ਮਾਂ ਨੂੰ ਕਹਿੰਦਾ ਤੇਰੇ ਕੰਨ 'ਚ ਕੁਝ ਕਹਿਣਾ ਹੈ। ਹੱਥ ਵੱਜੇ ਹੋਏ ਸੀ, ਕੰਨ ਮਾਂ ਨੇ ਅੱਗੇ ਕੀਤਾ, ਕੰਨ ਤੇ ਚੱਕ ਭਰ ਲਿਆ। ਕਹਿੰਦੇ ਇਹ ਤੂੰ ਕੀ ਕੀਤਾ ਹੈ? ਕਹਿੰਦੇ ਇਹ ਸਾਰਾ ਕਸੂਰ ਮੇਰੀ ਮਾਂ ਦਾ ਹੈ। ਮੈਂ ਸਕੂਲੇ ਪੜ੍ਹਦਾ ਸੀ, ਪਹਿਲੇ ਦਿਨ ਪੈਨਸਲ ਚੋਰੀ ਕਰਕੇ ਲਿਆਇਆ, ਇਹਨੇ ਮੈਨੂੰ ਡੱਕਿਆ ਨਾ, ਸਗੋਂ ਖੁਸ਼ ਹੋਈ ਇੱਕੋ। ਦੂਜੇ ਦਿਨ ਮੈਂ ਪੈਨ ਲਿਆਇਆ, ਜਮੈਟਰੀ ਲਿਆਇਆ, ਕਿਤਾਬਾਂ ਲਿਆਇਆ, ਕਦੇ ਸਾਈਕਲ ਲਿਆਇਆ, ਕਦੇ ਮੋਟਰਸਾਈਕਲਾਂ ਲਿਆਇਆ। ਇਹਨੇ ਡੱਕਿਆ ਨਾ ਮੈਨੂੰ, ਜੇ ਕਿਤੇ ਪਹਿਲੇ ਦਿਨ ਡੱਕਦੀ ਅੱਜ ਮੈਨੂੰ ਫਾਂਸੀ ਨਹੀਂ ਸੀ ਹੁੰਦੀ। ਇਸ ਕਰਕੇ ਸਿੱਖਾ, ਤੈਨੂੰ ਗੁਰੂ ਰੋਜ਼ ਡੱਕਦਾ ਹੈ। ਮੇਰੇ ਮਾਧੋ ਜੀ ਰੋਜ਼ ਕਹਿੰਦਾ ਹੈ ਸਤ ਸੰਗਤ ਮਿਲੇ ਸੋ ਤਰਿਆ। ਰੋਜ਼ ਕਹਿੰਦਾ ਮਾੜੀ ਬਹਿਣੀ ਨਾ ਬਈ, ਜੀਵਨ ਖਰਾਬ ਹੋ ਜਾਏਗਾ, ਜ਼ਿੰਦਗੀ ਪਸ਼ੂਆਂ ਵਰਗੀ ਬਣ ਜਾਏਗੀ। ਕੋਈ ਪਤਾ ਨਹੀਂ ਲੱਗਣਾ, ਐਸਾ ਆਏ ਐਸਾ ਦੁਨੀਆ ਤੇ ਨਾ ਆਏ। ਕੋਈ ਪਤਾ ਹੀ ਨਹੀਂ ਲੱਗਣਾ ਦੁਨੀਆ ਕੀ ਸੀ, ਕਿਵੇਂ ਵਾਪਰ ਗਈ ਜ਼ਿੰਦਗੀ, ਪਤਾ ਹੀ ਨਹੀਂ ਰਹਿਣਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ, ਉਹਨਾਂ ਨੇ ਕਿਆ ਕਹਿੰਦੇ, ਭਾਈ ਅੱਜ ਤੋਂ ਬਾਅਦ ਮੇਰੇ ਵਿੱਚ ਤੇ ਗੁਰੂ ਅਮਰਦਾਸ ਦੇ ਵਿੱਚ ਕੋਈ ਭੇਦ ਨਹੀਂ ਹੈ। ਇਸ ਮੈਂ ਮੋਹ ਮਹਿ ਭੇਦ ਨ ਕੋਈ, ਹੈ ਏਕ ਕੀ ਤੇ ਜੋ ਦੋਈ। ਅਸੀਂ ਇੱਕ ਹੀ ਹੋ ਗਏ ਹਾਂ ਹੁਣ, ਸਾਡੀਆਂ ਦੇਹੀਆਂ ਦੋ ਨੇ, ਹੈ ਅਸੀਂ ਇੱਕ ਹੀ ਹਾਂ। ਸਾਡੇ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਮੇਰੇ ਵਿੱਚ ਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਵਿੱਚ ਆਪ ਜੀ ਨੇ, ਸੰਗਤ ਨੇ ਅੱਜ ਤੋਂ ਬਾਅਦ ਭੇਦ ਨਹੀਂ ਜਾਣਨਾ। ਇਹੀ ਗੱਲ ਕਹਿ ਕੇ ਜਿੰਨੇ ਗੁਰੂ ਸਾਹਿਬਾਨ ਨੇ ਅੱਗੇ ਗੁਰਤਾ ਗੱਦੀ ਦਿੱਤੀ ਨਾ, ਸਾਰਿਆਂ ਇਹੀ ਕਿਹਾ। ਆਪ ਜੀ ਨੂੰ ਯਾਦ ਹੋਏਗਾ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਇਹੀ ਕਿਹਾ ਅੱਜ ਤੋਂ ਬਾਅਦ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਸਿੱਖੋ ਅੱਜ ਤੋਂ ਬਾਅਦ ਮੈਂ ਤੇ ਗੁਰੂ ਗ੍ਰੰਥ ਸਾਹਿਬ ਇੱਕ ਹੀ ਹੋ ਗਏ ਹਾਂ। ਮੇਰੇ ਤੇ ਇਹਨਾਂ ਵਿੱਚ ਫਰਕ ਨਹੀਂ। ਜੇ ਹੁਣ ਮੈਨੂੰ ਮਿਲਣਾ ਚਾਹੁੰਦੇ ਹੋ, ਗੁਰੂ ਗ੍ਰੰਥ ਸਾਹਿਬ ਨੂੰ ਮਿਲਿਓ। ਹੁਣ ਜੇ ਮੇਰੇ ਤੋਂ ਕੁਝ ਲੈਣਾ ਚਾਹੁੰਦੇ ਸੀ, ਹੁਣ ਗੁਰੂ ਗ੍ਰੰਥ ਸਾਹਿਬ ਕੋਲੋਂ ਲਿਓ। ਐਸੀ ਭਾਵਨਾ, ਐਸੀ ਗੱਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਂਦੇੜ ਦੀ ਧਰਤੀ ਤੇ ਕਹਿ ਕੇ ਗਏ ਸਨ। ਵੇਦਤ ਭਏ ਗੁਰ ਸੰਗਤ ਮਾਹੇ, ਗੁਰ ਸ੍ਰੀ ਅਮਰ ਅਪਰ ਹੋਏ ਨਾਹੇ। ਕਹਿੰਦੇ ਮਹਾਰਾਜ ਸ਼੍ਰੀ ਗੁਰੂ ਅਮਰਦਾਸ ਜੀ ਸੰਗਤ ਵਿੱਚ ਮਸ਼ਹੂਰ ਹੋ ਗਏ, ਪ੍ਰਗਟ ਹੋ ਗਏ। ਹੁਣ ਉਹਨਾਂ ਵਰਗਾ ਦੁਨੀਆ ਤੇ ਹੋਰ ਕੋਈ ਗੁਰੂ ਨਹੀਂ ਹੋਣਾ ਹੈ। ਕੌਣ ਬੋਲੇ ਮੁਖ ਚੰਦ ਸੁਦਾਸੇ, ਆਨੰਦ ਕੰਦ ਬਿਲੰਦ ਨਿਵਾਸੇ। ਆਨੰਦ ਦੇ ਬੱਦਲ, ਉੱਚੇ ਨਿਵਾਸ ਵਾਲੇ, ਆਪਣੇ ਸੋਹਣੇ ਮੁਖੜੇ ਤੋਂ ਅੰਮ੍ਰਿਤ ਵਰਗੇ ਬੋਲ ਬੋਲਣ ਵਾਲੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਹੁਣ ਆਪਣੇ ਮੁਖ ਤੋਂ ਬੋਲੇ ਹਨ। ਸੁਨ ਪੁਰਖਾ ਗ੍ਰਹਿ ਸੰਤਤ ਕਿਆ ਹੈ,
ਦੋਹਿਤਾ ਪੁੱਤਰ ਭਏ ਸੋ ਕਾ ਹੈ। ਕਹਿਣ ਲੱਗੇ ਸੁਣ ਪੁਰਖਾ, ਤੇਰੇ ਪਰਿਵਾਰ ਚ ਕੌਣ ਕੌਣ ਹੈ, ਤੇਰੇ ਪੁੱਤਰ ਧੀਆਂ ਕਿੱਥੇ ਨੇ, ਉਹਨਾਂ ਬਾਰੇ ਤੂੰ ਮੈਨੂੰ ਦੱਸਣਾ ਕਰ। ਹਾਥ ਜੋਰ ਕਰ ਬਿਨੈ ਬਖਾਨੀ, ਸਭ ਰਾਵਰ ਕੋ ਗਿਆਤ ਮਾਨੀ। ਹੱਥ ਜੋੜ ਕੇ ਗੁਰੂ ਅਮਰਦਾਸ ਜੀ ਨੇ ਕਿਹਾ, ਹੇ ਮਹਾਰਾਜ ਮੇਰੇ ਤੋਂ ਕੀ ਪੁੱਛਦੇ ਹੋ, ਜਾਣੀ ਜਾਣੋ ਤੁਸੀਂ, ਤੁਹਾਨੂੰ ਕੋਈ ਭੁਲੇਖਾ ਥੋੜੀ ਨਾ ਹੈ ਧਰਤੀ ਦਾ। ਮਹਾਰਾਜ ਤੁਹਾਨੂੰ ਤੇ ਖੰਡਾ ਬ੍ਰਹਮੰਡਾਂ ਦਾ ਪਤਾ ਹੈ ਕਿੱਥੇ ਕੀ ਕੀ ਹੈ ਦੁਨੀਆ 'ਚ, ਮੈਨੂੰ ਕੀ ਪੁੱਛ ਰਹੇ ਹੋ ਮੇਰਾ ਪੁੱਤਰ ਤੇ ਧੀ ਕੌਣ ਹੈ, ਤੁਸੀਂ ਜਾਣਦੇ ਹੋ, ਤੁਹਾਨੂੰ ਸਾਰਾ ਕੁਝ ਹੀ ਪਤਾ ਹੈ। ਤਦਪ ਜੋ ਪੁਛੋ ਸਮਿ ਅਨਜਾਨੇ, ਕਹੋ ਸੁਨੋ ਗੁਣ ਖਾਨ ਮਾਨੇ। ਜੇ ਫੇਰ ਵੀ ਮਹਾਰਾਜ ਤੁਸੀਂ ਅਣਜਾਣ ਬਣ ਕੇ ਮੇਰੇ ਤੋਂ ਪੁੱਛਦੇ ਹੋ, ਇਹ ਗੁਣਾਂ ਦੇ ਖਾਨ ਸਤਿਗੁਰੂ ਜੀ, ਗੁਣਾਂ ਦੇ ਭੰਡਾਰ, ਗੁਣਾਂ ਦੇ ਗ੍ਰਹਿ ਸਾਹਿਬ ਜੀ, ਆਪ ਜੀ ਸੁਣਨਾ ਕਰੋ। ਦੋਏ ਪੁੱਤਰ ਹੈ ਮੋਹਿਨ ਮੋਹਰੀ, ਦੁਐ ਤਨਿਆ ਸਭ ਕਿਰਪਾ ਤੋਰੀ। ਮਹਾਰਾਜ ਮੇਰੇ ਦੋ ਪੁੱਤਰ ਨੇ, ਮੋਹਨ ਤੇ ਮੋਹਰੀ, ਤੇ ਮੇਰੇ ਕੋਲ ਦੋ ਧੀਆਂ ਹਨ। ਸੁਨ ਬੋਲੇ ਸੁਨ ਪੁਰਖਾ ਅਵੈ, ਹਿਤ ਲਾਇਕ ਤੋਏ ਪਾਖੋ ਸਬੈ। ਕਹਿੰਦੇ ਹੇ ਪੁਰਖਾ ਹੁਣ ਮੇਰੀ ਗੱਲ ਧਿਆਨ ਨਾਲ ਸੁਣੀ, ਇਹ ਜਿਹੜੀ ਗੱਲ ਮੈਂ ਤੈਨੂੰ ਕਹਿਣ ਲੱਗਿਆ ਇਹ ਤੁਹਾਡੇ ਭਲੇ ਲਈ ਕਹਿਣ ਲੱਗਾ ਹਾਂ। ਅਬ ਖਡੂਰ ਕੋ ਬਸਿਬੋ ਛੋਰ, ਅਪਰ ਸਥਾਨ ਬਾਸ ਕੋ ਟੋਰ। ਹੁਣ ਐਵੇਂ ਕਰ ਭਾਈ, ਖਡੂਰ ਸਾਹਿਬ ਨੂੰ ਛੱਡਦੇ ਹੋ, ਖਡੂਰ ਸਾਹਿਬ ਨੂੰ ਛੱਡ ਕੇ ਕਿਤੇ ਹੋਰ ਥਾਂ ਤੇ ਜਾ ਕੇ ਆਪਣਾ ਘਰ ਬਣਾ ਲੈ। ਸ੍ਰੀ ਨਾਨਕ ਮੋਹਿ ਦੀਨ ਗੁਰਾਈ, ਕਿਰਪਾ ਧਾਰ ਪੁਨ ਗਿਰਾ ਅਲਾਈ। ਸ਼੍ਰੀ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ, ਪੁਰਖਾ ਜਿਸ ਦਿਨ ਮੈਨੂੰ ਗੁਰੂ ਨਾਨਕ ਸਾਹਿਬ ਨੇ ਗੁਰਿਆਈ ਦਿੱਤੀ ਸੀ ਨਾ, ਉਸ ਦਿਨ ਮੈਨੂੰ ਪਹਿਲਾਂ ਹੀ ਤੋਰਤਾ ਸੀ ਉਹਨਾਂ, ਕਹਿੰਦੇ ਜਾ ਹੁਣ ਕਰਤਾਰਪੁਰ ਨਹੀਂ ਰਹਿਣਾ, ਖਡੂਰ ਸਾਹਿਬ ਰਹਿ। ਇਸ ਕਰਕੇ ਮੈਂ ਤੈਨੂੰ ਕਹਿਣ ਲੱਗਿਆ ਹੁਣ ਖਡੂਰ ਸਾਹਿਬ ਨਹੀਂ ਰਹਿਣਾ, ਇੱਥੋਂ ਤੂੰ ਨਿਕਲ ਜਾਣਾ ਹੈ। ਹਮ ਜਹ ਬਸੈ ਥਾਨ ਤਿਉ ਤਿਆਗ, ਅਪਾਰ ਸਥਾਲ ਕਰ ਥਿਤ ਬੜ ਭਾਗ। ਕਹਿੰਦੇ ਜਿੱਥੇ ਅਸੀਂ ਵਸਦੇ ਹਾਂ ਇਹ ਥਾਂ ਛੱਡ ਦਿਓ, ਇਹ ਥਾਂ ਛੱਡ ਕੇ ਵੱਡਾ ਭਾਗਿਆਂ ਵਾਲਿਆ ਕਿਤੇ ਹੋਰ ਜਾ ਕੇ ਆਪਣਾ ਟਿਕਾਣਾ ਨਿਸ਼ਚਿਤ ਕਰ। ਤਬ ਕੇ ਹਮ ਖਡੂਰ ਮਹਿ ਆਏ, ਬਸਤੇ ਸੰਮਤ ਕਿਤਕ ਬਿਤਾਏ। ਫਿਰ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਜਿਸ ਦਿਨ ਦਾ ਮੈਨੂੰ ਗੁਰੂ ਨਾਨਕ ਨੇ ਕਿਹਾ ਮੈਂ ਮੁੜ ਕੇ ਫਿਰ ਖਡੂਰ ਸਾਹਿਬ ਚੋਂ ਉੱਧਰ ਨਹੀਂ ਗਿਆ, ਇੱਥੇ ਹੀ ਆ ਕੇ ਆਪਣਾ ਘਰ ਬਣਾ ਲਿਆ ਹੈ। ਸ੍ਰੀ ਚੰਦ ਅਰ ਲਖਮੀ ਦਾਸ, ਪਿਤ ਸਥਾਨ ਤਿਨ ਕਰਿਓ ਨਿਵਾਸ। ਇਸ ਕਰਕੇ ਆਪਣੇ ਪਿਤਾ ਦੇ ਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਨੇ ਤੇ ਬਾਬਾ ਲਖਮੀ ਚੰਦ ਜੀ ਨੇ ਨਿਵਾਸ ਕੀਤਾ ਹੋਇਆ ਸੀ। ਤੈਸੇ ਤੁਮ ਥਲ ਅਪਰ ਬਨਾਏ, ਬਸੋ ਤਹਾਂ ਸਭ ਬਿਦ ਸੁਖ ਪਾਏ। ਐਵੇਂ ਹੁਣ ਤੁਸੀਂ ਵੀ ਇੱਥੋਂ ਜਾਓ, ਹੋਰ ਥਾਂ ਤੇ ਵਸੋਗੇ, ਜਿੱਥੇ ਵੀ ਵਸੋਗੇ ਉੱਥੇ ਸੁੱਖ ਪ੍ਰਾਪਤ ਕਰੋਗੇ। ਦਾਸੂ ਦਾਤੂ ਸਦਨ ਰਹੇਂਗੇ, ਬਿਕਹਿ ਨ ਤੁਮ ਇਰਖਾ ਨ ਲਹੇਂਗੇ। ਕਿਉਂਕਿ ਜੇ ਤੁਸੀਂ ਇੱਥੇ ਰਹੋਗੇ ਬਾਬਾ ਦਾਤੂ ਤੇ ਬਾਬਾ ਦਾਸੂ ਤੁਹਾਡੇ ਨਾਲ ਈਰਖਾ ਕਰਨਗੇ, ਕਿਉਂਕਿ ਉਹਨਾਂ ਦੇ ਮਨ ਵਿੱਚ ਇਵੇਂ ਰਹਿਣਾ ਹੈ ਗੁਰਤਾ ਗੱਦੀ ਸਾਡੇ ਘਰ ਦੀ ਸੀ, ਇਹ ਕਿਉਂ ਮਿਲ ਗਈ। ਕਿਉਂਕਿ ਪੁੱਤਰ ਕਈ ਵਾਰੀ ਸੋਚਦਾ ਹੁੰਦਾ ਹੈ ਮੇਰੇ ਪਿਓ ਦੀ ਜਾਇਦਾਦ, ਕਈ ਵਾਰੀ ਨਹੀਂ ਹਮੇਸ਼ਾ ਹੀ ਸੋਚਦਾ ਹੈ ਮੇਰੇ ਪਿਓ ਦੀ ਜਾਇਦਾਦ ਤੇ ਮੇਰਾ ਹੱਕ ਹੈ। ਐਵੇਂ ਉਹ ਵੀ ਸੋਚਦੇ ਸਨ ਗੁਰਤਾ ਗੱਦੀ ਸਾਡੇ ਘਰ ਹੈ, ਹੱਕ ਸਾਡਾ ਹੈ। ਪਰ ਅਸਲ ਦੇ ਵਿੱਚ ਗੁਰੂ ਜੀ ਕਹਿੰਦੇ ਨੇ ਇਹ ਗੁਰਤਾ ਗੱਦੀ ਹੱਕਾਂ ਨਾਲ ਨਹੀਂ ਮਿਲਦੀ। ਜਿਵੇਂ ਕਿਸੇ ਦਾ ਪਿਤਾ ਸੰਤ ਹੋਏ, ਉਹਦਾ ਪੁੱਤਰ ਸੰਤ ਹੱਕ ਨਾਲ ਨਹੀਂ ਬਣੇਗਾ, ਉਨੀ ਉਹਨੇ ਬੰਦਗੀ ਕਰਨੀ ਪਏਗੀ ਤਾਂ ਬਣੇਗਾ। ਕਿਸੇ ਦਾ ਪਿਤਾ ਸੇਵਾਦਾਰ ਹੈ, ਉਹਦਾ ਪੁੱਤਰ ਸੇਵਾਦਾਰ ਐਵੇਂ ਨਹੀਂ ਬਣੇਗਾ, ਉਨੀ ਬੰਦਗੀ ਕਰਨੀ ਪਏਗੀ। ਜਿਵੇਂ ਇੱਕ ਡਾਕਟਰ ਦਾ ਬੱਚਾ ਡਾਕਟਰ ਨਹੀਂ ਬਣ ਸਕਦਾ ਜਦੋਂ ਤੱਕ ਪੜ੍ਹਾਈ ਨਹੀਂ ਕਰਦਾ, ਇਵੇਂ ਮਹਾਰਾਜ ਕਹਿੰਦੇ ਨੇ ਗੁਰੂ ਦਾ ਬੇਟਾ ਸਿੱਧਾ ਗੁਰੂ ਨਹੀਂ ਬਣ ਸਕਦਾ, ਐਵੇਂ ਹੀ ਬੰਦਗੀ ਕਰਨੀ ਪਏਗੀ। ਬਿਨਾਂ ਬੰਦਗੀ ਤੋਂ ਗੱਦੀ ਨਹੀਂ ਹੈ। ਹੋ ਸਕਦਾ ਤੁਸੀਂ ਮੇਰੇ ਪੁੱਤਰ ਹੋ, ਪਰ ਗੁਰੂ ਸਾਹਿਬ ਨੇ ਤੇ ਐਵੇਂ ਕਿਹਾ
जिस दिन गुरु अंगद साहब ने गुरियाई दी ना गुरु नानक साहब ने, उस दिन क्या सारी संगत नूं, भाई मेरा पुत्र ते भाई लैना है, क्योंकि ये मनदा है मेरी गल, जेड़ा कहने विच चले पुत्र वही हुंदा है, जेड़ा कहने तो बाहर चले वो कादा पुत्र। कहंदे इस करके मेरा पुत्र ते भाई लैना ही बनया होया है। नाहे ता देख प्रताप तिहारो, जरहे हृदय नहे परे बिगारो। श्री गुरु अंगद साहब जी देखो कितना प्यार करते ने गुरु अमरदास जी नूं। कहंदे असल दे विच तेरी वडियाई इन्हां तो जरी नहीं जानी, तेनू संगत ने बड़ा मनना है, बड़ा पूजना है, इन्हां ने वेख वेख के रोना करना है, जरना नहीं। इस करके तुसीं इत्थों चले जाओ। दोहरा इस प्रकार कह मृदुल बच, धीरज दई विशाल। इस प्रकार सोहने सोहने बचन कहंदियां कहंदियां महाराज जी ने श्री गुरु अमरदास जी नूं बड़ी धीरजता दिती है। दिन सो निशा बिताए कै, बैठे परम कृपाल। कहंदे दिन रात बतीत करदे करदे श्री गुरु अंगद साहब जी महाराज गुरता गद्दी ते विराज रहे हन। दोहरा अगले दिन श्री सतगुरु, बैठे संगत बीच। अगले ही दिन श्री गुरु अंगद साहब जी महाराज संगत दे विच दीवान लग्या होया सी। आप जी दीवान दे विच सुशोभित हो रहे हो। करत कृतारथ सेवकन, दर्शत उजर नीच। कहंदे जिन्ने भी सेवक आ रहे सन गुरु जी के दर्शन करते सन, भावें ऊच है भावें नीच है, भावें अमीर है भावें गरीब है, गुरु की संगत विच आके बैठा होया सी। चौपई एक गोंदा खतरी तह आयो, दर्शन देखत शीस निवायो। एक गोंदे नाम का खतरी वो गुरु जी के कोल चल के आया ते आके दरबार दे विच उन्हें गुरु जी नूं शीस निवाया है। हाथ जोड़ कर बिनय बखानी, श्री गुर तुमरी सिफत महानी। उसने हाथ जोड़ के बेनती की, साहब जी तुहाडी सिफत बड़ी महान है। चारे बन्ने गुरु अंगद साहब जी नूं कहन लग्या, चारे बन्ने मैं तुहाडे बारे बहुत सुनिया है। सुनत रहियो बालोक पनंते, करे सराहन जे मतवंते। बड़े लोग तुहाडी सराहना कर रहे सी बाहर मैं सुनिया, ते जेड़े बुद्धिवान सन वो तुहाडी दिन रात सिफत करी जांदे हन। गुपत प्रगट जग जीव विशाल, सब सतगुर की आइस चाल। मैं इन्ना भी सुनिया है दुनिया में भावें कोई गुप्त जीव है भावें प्रगट है, जिन्नी भी धरती है वो तुहाडे हुक्म विच है, तुहाडे हुक्म ते बाहर ये पूरी अमनी नहीं है। मेरे ग्राम उजार परियो है, सर्ग भूत ने बास करियो है। कह लग्या मेरे पिंड दे विच ना एक उजाड़ थां पई है, उत्थे भूतां दा वासा हो गया है। उत्थे ऐसा है उत्थे दिन विच भी कोई डरदा नहीं मरदा, कहंदे उत्थे भूतां दा वासा होया होया है। देव जिन व प्रेतन जाति, ताकीन बासो उत्पाती। कहंदे मैनू एवें लगदा है उत्थे जिन भूत सारे ही वसदे ने, जिन्हां ने वासा उत्थे कीता। क्योंकि बाणी कहंदी है कबीर जा कर साधना सेवीए हर की सेवा नाई, ते घर मरखट सारखे भूत वसै थिर माए। भूतां दा वासा उत्थे हुंदा, किते वेखण दी लोड़ नहीं। आ वड्डियां वड्डियां पब्बां क्लबां दे विच भूत ही वसदे ने, होर उत्थे हुंदा की है। माड़ियां माड़ियां गल्लां तो लड़ाई, कई बस्तियां ऐसियां ने जिन्हां दे विच दिनां दे विच भी लंघो, इस टाइम निकलोगे उच्ची उच्ची आवाज़ च उन्हां गाने लाए हुंदे ने, शराबां दे दौर चल रहे ने, नशा चल रहा है। देखो माड़ियां माड़ियां गल्लां तो उत्थे लड़ाइयां हुंदियां ही रहिंदियां ने, कदी किसी का सिर पाड़ देंदे ने, कदी कुछ ऐसा कलेश उत्थे बनता ही रहिंदा। क्यों? ऐसियां आत्मावां दा वासा उत्थे बनिया रहिंदा है। केते लाख प्रेत को डेरे,
फिर है जहाँ कह देश कनेरे। ਕਹਿੰਦੇ ਮੈਨੂੰ ਐਵੇਂ ਲੱਗਦਾ ਲੱਖਾਂ ਹੀ ਭੂਤ ਉੱਥੇ ਵਸਦੇ ਨੇ, ਨੇੜੇ ਨੇੜੇ ਸ਼ਹਿਰਾਂ ਦੇ ਵੀ ਆ ਕੇ ਉੱਥੇ ਹੀ ਵਸਦੇ ਹਨ। कर है स्थिति ग्राम में आए, नर को तह बसन न पाए। ਇਸ ਕਰਕੇ ਮੇਰਾ ਪਿੰਡ ਸੀ, ਉਹ ਮੇਰੀ ਥਾਂ ਸੀ, ਲੋਕੀ ਉੱਥੋਂ ਚਲੇ ਗਏ ਇੱਕ ਵਾਰੀ ਛੱਡ ਕੇ ਥਾਵਾਂ। ਹੁਣ ਉੱਥੇ ਆ ਕੇ ਕੋਈ ਵਸਦਾ ਹੀ ਨਹੀਂ, ਸਾਰੇ ਲੋਕ ਉਹ ਨਗਰ ਨੂੰ ਛੱਡ ਕੇ ਭੱਜ ਗਏ ਹਨ। दोहरा करते कंद उसार कै, दिल में मानव बृंद। ਕਹਿੰਦੇ ਇੰਨਾ ਉਹਨਾਂ ਦਾ ਪ੍ਰਕੋਪ ਹੈ, ਜੇ ਦਿਨ ਦੇ ਵਿੱਚ ਕੋਈ ਕੰਧ ਬਣਾਏ ਨਾ ਢਾਈ ਦਿੰਦੇ ਨੇ, ਬਣਨ ਹੀ ਨਹੀਂ ਦਿੰਦੇ, ਕੋਈ ਨਾ ਕੋਈ ਵਿਘਨ ਪਾਈ ਰੱਖਦੇ ਹਨ। निशा पर टाहत सकल, ਭੀਮ ਕੋ ਰੂਪ ਬਿਲੰਦ। ਬੜੇ ਭੀਮ ਨੇ, ਬੜੇ ਭਾਰੀ ਨੇ, ਮੈਨੂੰ ਇਵੇਂ ਜਾਪਦਾ ਬੜੇ ਕਰੂਪ ਨੇ, ਇਸ ਕਰਕੇ ਕਿਰਪਾ ਕਰੋ ਮਹਾਰਾਜ ਜੀ। ਚੌਪਈ ਕਈ ਵਾਰ ਮੈਂ ਆਨ ਵਸਾਏ, ਤਰਾਸ ਦੇਤ ਮਾਰਤ ਉਜਰਾਏ। ਮੈਂ ਬੜੀ ਵਾਰੀ ਕੋਸ਼ਿਸ਼ ਕੀਤੀ ਲੋਕਾਂ ਨੂੰ ਜ਼ਮੀਨ ਵੇਚਦਿਆਂ, ਪਰ ਇਹ ਵੇਚਣ ਹੀ ਨਹੀਂ ਦਿੰਦੇ, ਡਰਾ ਦਿੰਦੇ ਨੇ, ਕੋਈ ਨਾ ਕੋਈ ਵਿਧ ਬਣਾ ਦਿੰਦੇ ਹਨ। ਤਹਾਂ ਆਪਣੇ ਚਰਨ ਫਿਰਾਵੋ, ਕਿਰਪਾ ਕਰੋ ਸੋ ਗ੍ਰਾਮ ਬਸਾਵੋ। ਇਸ ਕਰਕੇ ਤੁਸੀਂ ਆਓ ਮੇਰੇ ਨਗਰ ਦੇ ਵਿੱਚ ਚਰਨ ਪਾਓ, ਤੁਹਾਡੇ ਚਰਨ ਹੀ ਇੰਨੇ ਪਵਿੱਤਰ ਨੇ, ਸਾਰੇ ਭੂਤ ਉੱਥੋਂ ਭੱਜ ਜਾਣਗੇ। ਗੁਰੂ ਦੇ ਚਰਨ ਹੀ ਏਡੇ ਮਹਾਨ ਨੇ, ਕਿਰਪਾ ਗੁਰੂ ਦੇ ਚਰਨਾਂ ਵਿੱਚ ਹੀ ਹੈ। ਇਸ ਕਰਕੇ ਤੁਸੀਂ ਇਹ ਕਿਰਪਾ ਕਰੋ ਮਹਾਰਾਜ, ਮੇਰੇ ਉਹ ਨਗਰ ਦੇ ਵਿੱਚ ਆਓ, ਉੱਥੇ ਆ ਕੇ ਤੁਸੀਂ ਚਰਨ ਪਾਉਣਾ ਕਰੋ। ਆਪ ਲੈ ਹੁਸ਼ਿਤ ਬਾਛਤ ਜੇਤੀ, ਕੋ ਨਾਮ ਜਾਹਮ ਹੋਵੇ ਤੇਤੀ। ਤੁਸੀਂ ਐਵੇਂ ਵੀ ਕਰੋ, ਉਹਦੇ ਵਿੱਚੋਂ ਕੁਝ ਜ਼ਮੀਨ ਤੁਸੀਂ ਵੀ ਲੈ ਲਓ, ਤੁਹਾਨੂੰ ਕੋਈ ਰੋਕੇਗਾ ਨਹੀਂ। ਵੇਖੋ ਹਜੇ ਮਹਾਰਾਜ ਜੀ ਨੇ ਮਹਿਲ ਬਖਸ਼ਣਾ ਹੈ ਗੁਰੂ ਅਮਰਦਾਸ ਜੀ ਨੂੰ, ਬਿੱਦ ਪਹਿਲਾਂ ਹੀ ਬਣ ਗਈ ਹੈ ਵੀ ਆਖਿਆ ਵੀ ਖਡੂਰ ਚੋਂ ਚਲਾ ਜਾ, ਪਰ ਐਵੇਂ ਥੋੜੀ ਨਾ ਭੇਜਣਗੇ, ਕੋਈ ਦੇ ਕੇ ਹੀ ਭੇਜਣਗੇ। ਬਿੱਦ ਪਹਿਲਾਂ ਹੀ ਬਣੀ ਹੋਈ ਹੈ, ਕਹਿੰਦਾ ਜ਼ਮੀਨ ਮੇਰੇ ਕੋਲ ਲੈ ਲਵੋ, ਜਿੰਨੇ ਵੀ ਤੁਸੀਂ ਜਿੰਨੀ ਵੀ ਜ਼ਮੀਨ ਲੈਣੀ ਚਾਹੁੰਦੇ ਹੋ ਲੈ ਲਓ, ਪਰ ਕਿਰਪਾ ਕਰਕੇ ਮੇਰੇ ਉਹ ਨਗਰ ਨੂੰ ਵਸਾ ਦਿਓ। ਇਹ ਮਮ ਜਾਚਾ ਪੂਰ ਕਿਰਪਾਲਾ, ਕਰੋ ਬਸਾਵਨ ਗ੍ਰਾਮ ਵਿਸਾਲਾ। ਕਹਿੰਦਾ ਮੇਰੀ ਇੱਕ ਹੀ ਮੰਗ ਹੈ ਸਾਹਿਬ, ਮੇਰੇ ਘਰ ਨੂੰ ਵਸਾ ਦਿਓ, ਮੇਰੇ ਪਿੰਡ ਨੂੰ ਵਸਾ ਦਿਓ, ਮੈਂ ਤੁਹਾਡੇ ਤੋਂ ਹੋਰ ਕਿਸੇ ਚੀਜ਼ ਦੀ ਮੰਗ ਨਹੀਂ ਕਰਦਾ ਹਾਂ। श्री अंगद सुन बिनती ऐसे, बुझियो भयो वृतांत सो कैसे। ਗੁਰੂ ਅੰਗਦ ਸਾਹਿਬ ਜੀ ਪੁੱਛਣ ਲੱਗੇ, ਭਾਈ ਇਹ ਦੱਸ ਇਹ ਸਾਰਾ ਹੋਇਆ ਕਿਵੇਂ? ਚੰਗਾ ਭਲਾ ਵਸਦਾ ਨਗਰ ਸੀ, ਉੱਜੜ ਕਿਵੇਂ ਗਿਆ? ਬੜੇ ਨਗਰ ਐਸੇ ਨੇ ਜਿਹੜੇ ਕਾਗਜ਼ਾਂ ਵਿੱਚ ਨੇ, ਉੱਜੜ ਗਏ ਨੇ। ਪਾਉਂਟਾ ਸਾਹਿਬ ਦਾ ਜ਼ਿਲ੍ਹਾ ਸਿਰਮੌਰ ਲੱਗਦਾ, ਸਿਰਮੌਰ ਨਗਰ ਨਹੀਂ ਹੈ, ਉੱਜੜ ਗਿਆ। ਮੈਂ ਆਪਣੇ ਜਿਹੜੇ ਨਗਰ 'ਚ ਰਹੀਦਾ ਉਹਦੇ ਨਾਲ ਇੱਕ ਨਗਰ ਸੀ, ਉਹ ਉੱਜੜ ਗਿਆ, ਹੈ ਹੀ ਨਹੀਂ ਅੱਜ ਉੱਥੇ। ਪਿੰਡ ਨਾਮ ਹੈ, ਪਿੰਡ ਨਹੀਂ ਹੈ। ਕਈ ਵਾਰੀ ਬੜੇ ਬੜੇ ਨਗਰ ਉੱਜੜ ਜਾਂਦੇ ਨੇ, ਕੋਈ ਐਸੇ ਕਾਰਨ ਬਣਦੇ ਨੇ ਰੱਬ ਦੇ। ਕਹਿੰਦੇ ਐਸਾ ਕਾਰਨ ਬਣਿਆ ਬਣਾਇਆ ਨਗਰ ਉੱਜੜ ਗਿਆ। ਮਹਾਰਾਜ ਕਹਿੰਦੇ ਪਹਿਲਾਂ ਕਾਰਨ ਦੱਸ, ਕਾਰਨ ਕੀ ਬਣਿਆ ਹੈ? ਕਬ ਕੋ ਡੇਰਾ ਪ੍ਰੀਤਨ ਪਾਇਓ, ਕਿਸ ਪ੍ਰਕਾਰ ਕਰ ਕੋ ਜਰਾਇਓ। ਕਦੋਂ ਦਾ ਪ੍ਰੇਤਾਂ ਨੇ ਡੇਰਾ ਲਾਇਆ ਉੱਥੇ? ਕਿਉਂਕਿ ਇੱਕਦਮ ਨਹੀਂ ਹੁੰਦਾ, ਕਈ ਵਾਰੀ ਘਰਾਂ 'ਚੋਂ ਬਖਸ਼ਿਸ਼ਾਂ ਹੌਲੀਆਂ ਹੌਲੀਆਂ ਨਿਕਲਦੀਆਂ ਨੇ, ਜਦੋਂ ਨਿਕਲ ਜਾਂਦੀਆਂ ਨੇ ਫਿਰ ਹੋਰ ਹੀ ਕੰਮ ਬਣਨਾ ਸ਼ੁਰੂ ਹੋ ਜਾਂਦਾ। ਇੱਕਦਮ ਤੇ ਡੇਰਾ ਨਹੀਂ ਪੈਂਦਾ ਕਿਸੇ ਚੀਜ਼ ਦਾ। ਹੁਣ ਮਹਾਰਾਜ ਨੂੰ ਪੁੱਛਦੇ ਨੇ ਕਦੋਂ ਦਾ ਡੇਰਾ ਪਾਇਆ ਪ੍ਰੇਤਾਂ ਨੇ, ਇਹ ਦੱਸਣਾ ਕਰੋ। ਬੈਠੇ ਸਕਲ ਪ੍ਰਸੰਗ ਸੁਣਾਵੋ, ਮਨ ਬਾਂਛਤ ਪੁਨ ਗੁਰ ਤੇ ਪਾਵੋ। ਸਾਡੇ ਕੋਲ ਆ ਕੇ ਬੈਠ ਕੇ ਸਾਰਾ ਪ੍ਰਸੰਗ ਸੁਣਾਓ, ਤੇ ਜੋ ਵੀ ਫਿਰ ਮਨ ਦੇ ਵਿੱਚ ਤੁਸੀਂ ਮੰਗੋਗੇ ਜੋ ਵੀ ਗੁਰੂ ਦੇ ਕੋਲੋਂ, ਗੁਰੂ ਦੇ ਦੁਆਰੇ ਤੋਂ ਉਹ ਮਿਲੇਗਾ। ਸੁਨ ਸਤ ਗੁਰ ਤੇ ਗਾਉਂਦਾ ਬੈਸ, ਕਹਿਣ ਲੱਗਿਓ ਬਿਰਤਾਂਤ ਜੋ ਹੈ। ਫਿਰ ਬੈਠ ਕੇ ਜਿਹੜਾ ਗਾਉਂਦਾ ਹੈ, ਵਪਾਰੀ ਹੈ, ਗੁਰੂ ਸਾਹਿਬ ਜੀ ਨੂੰ ਸਾਰਾ ਹਾਲ ਦੱਸਣ ਲੱਗਿਆ ਹੈ। ਸ਼੍ਰੀ ਸਤਿਗੁਰ ਭਇਓ ਪ੍ਰਸੰਗ, ਝਗੜਾ ਹੁਤੋ ਸ਼ਰੀਕਨ ਸੰਗ। ਗੁਰੂ ਜੀ ਮੇਰਾ ਅਤੇ ਮੇਰਿਆਂ ਸ਼ਰੀਕਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਕਹਿੰਦਾ ਸਾਡਾ ਗੁਆਂਢੀਆਂ ਦਾ, ਪੜੋਸੀਆਂ ਦਾ ਆਪਸ ਦੇ ਵਿੱਚ ਝਗੜਾ ਹੋ ਗਿਆ ਸੀ।
आपस में बहु बाध उठावा, बहु मिल पीन है झगड़ चुकावा। ਝਗੜਾ ਇੰਨਾ ਵੱਧ ਗਿਆ, ਪਿੰਡ ਦੇ ਲੋਕਾਂ ਨੇ ਆਖਿਆ ਝਗੜਾ ਨਿਬੜਿਆ ਨਾ। ਝਗੜਾ ਵੱਧਦਾ ਵੱਧਦਾ ਬਹੁਤ ਵੱਡਾ ਵੱਧ ਗਿਆ। दोनों देश झगड़त चल गए, दिल्ली जाए प्रवेशत भये। ਦੋਨੋਂ ਜਿਹੜੀਆਂ ਝਗੜੇ ਵਾਲੀਆਂ ਪਾਰਟੀਆਂ ਸਨ, ਦਿੱਲੀ ਮੇਨ ਕੋਰਟ ਹੁੰਦਾ ਸੀ, ਕਹਿੰਦੇ ਜਾ ਕੇ ਦਿੱਲੀ ਤਾਈਂ ਇਹ ਝਗੜਾ ਸਾਡਾ ਪਹੁੰਚ ਗਿਆ। तहाँ न्याय को इम ठहरायो, धर्म करहो निज पद ले पायो। ਕਹਿੰਦੇ ਉੱਥੇ ਫਿਰ ਜਿਹੜਾ ਹਾਕਮ ਸੀ ਉਹਨੇ ਆਖਿਆ ਵੀ ਐਵੇਂ ਕਰੋ, ਦੋਵੇਂ ਜਣਾਂ ਚੋਂ ਸਹੁੰ ਚੁੱਕ ਲਓ, ਜਿਹੜਾ ਸਹੁੰ ਚੁੱਕ ਲਏਗਾ, ਧਰਮ ਦੀ ਸਹੁੰ ਚੁੱਕ ਲਓ, ਉਹਨੂੰ ਉਹ ਜ਼ਮੀਨ ਦੇ ਦਿੱਤੀ ਜਾਏਗੀ। तब मैं सुनकर होयो त्यार, पूरा धर्म कीन तिस बार। ਕਹਿੰਦੇ ਮਹਾਰਾਜ ਮੈਂ ਤਿਆਰ ਹੋ ਗਿਆ ਤੇ ਮੈਂ ਝੂਠੀ ਸਹੁੰ ਚੁੱਕ ਲਈ ਧਰਮ ਦੀ। ਉੱਥੇ ਬੈਠਿਆਂ ਬੈਠਿਆਂ ਮੈਂ ਲਾਲਚ ਵਿੱਚ ਆਇਆ, ਕਿਉਂਕਿ ਲਾਲਚ ਵਿੱਚ ਆ ਕੇ ਮਨੁੱਖ ਝੂਠਾ ਕਰਦਾ ਹੈ, ਜੋ ਵੀ ਕਰਦਾ ਹੈ। ਝੂਠ ਦੀ ਬੁਨਿਆਦ ਹੀ, ਲਾਲਚ ਦੀ ਬੁਨਿਆਦ ਹੀ ਝੂਠ ਹੈ। ਕਹਿੰਦੇ ਇਸ ਕਰਕੇ ਮੈਂ ਝੂਠ ਦੇ ਵਿੱਚ ਆ ਕੇ ਜਿਹੜੀ ਸਹੁੰ ਹੈ ਉਹ ਝੂਠੀ ਚੁੱਕ ਲਈ ਹੈ। जीत लीन में चकरा सारो, अवनी लीन हरक कर पहारो। ਕਹਿੰਦੇ ਝਗੜਾ ਤੇ ਮੈਂ ਜਿੱਤ ਲਿਆ, ਐਵੇਂ ਝੂਠੀ ਖਸਮ ਜਾ। ਮੈਂ ਬੜਾ ਖੁਸ਼ ਵੀ ਹੋਇਆ ਵੀ ਕਿੱਡੀ ਜ਼ਮੀਨ ਮਿਲ ਗਈ, ਪਰ ਇਸ ਕਰਕੇ ਸਾਧ ਸੰਗਤ ਯਾਦ ਰੱਖਣਾ, ਝੂਠ ਦਾ ਕਮਾਇਆ ਹੋਇਆ ਧਨ ਵਿਖਦਾ ਤੇ ਬੜਾ ਹੈ, ਸੁੱਖ ਨਹੀਂ ਹੁੰਦਾ। ਇਮਾਨਦਾਰੀ ਦਾ ਕਮਾਇਆ ਹੋਇਆ ਵਿਖਦਾ ਘੱਟ ਹੈ, ਸੁੱਖ ਜ਼ਿਆਦਾ ਹੁੰਦਾ ਹੈ ਇਮਾਨਦਾਰੀ ਦਾ। ਇਸ ਕਰਕੇ ਨਾ ਕਈ ਵਾਰੀ ਅਸੀਂ ਸੋਚਦੇ ਹਾਂ ਬੜਾ ਧਨ ਕਮਾ ਰਿਹਾ, ਕਈ ਵਾਰੀ ਅਸੀਂ ਵੇਖਦੇ ਮਨੁੱਖ ਅੱਗੇ ਅੱਗੇ ਕਮਾਈ ਜਾਂਦਾ, ਝੂਠ ਬੋਲ ਕੇ ਸਾਈਡਾਂ 'ਚ ਲਾਈ ਜਾਂਦਾ ਹੈ, ਕਦੀ ਕਿਤੇ ਲੱਗ ਗਿਆ, ਕਦੀ ਕਿਤੇ ਲੱਗ ਗਿਆ, ਲੱਗੀ ਜਾਂਦਾ ਕਿਤੇ ਨਾ ਕਿਤੇ। ਔਰ ਕਈ ਵਾਰੀ ਪਰਮਾਤਮਾ, ਇਸ ਕਰਕੇ ਪਰਮਾਤਮਾ ਤੋਂ ਬਰਕਤ ਮੰਗਣੀ ਚਾਹੀਦੀ ਹੈ, ਧਨ ਨਹੀਂ। ਪਰਮਾਤਮਾ ਬਰਕਤ ਬਖਸ਼ੀ, ਬਰਕਤ ਉਹਨੇ ਦੇਣੀ ਹੈ, 1 ਰੁਪਈਏ 'ਚ ਵੀ ਦੇ ਦੇਣੀ ਹੈ। ਧਨ ਮੰਗਾਂਗੇ ਕਿ ਤਾਂ ਬਰਕਤ ਨਾ ਦੇਵੇ, ਕਰੋੜਾਂ ਰੁਪਈਏ ਮਿਲ ਜਾਣ, ਬਰਕਤ ਨਾ ਫੇਰ ਨਾ ਆਏ। ਇੱਧਰੋਂ ਆਈ ਜਾਣਗੇ, ਉੱਧਰ ਜਾਈ ਜਾਣਗੇ, ਪਤਾ ਹੀ ਨਹੀਂ ਲੱਗਣਾ ਕਿੱਧਰ ਨੂੰ ਕੀ ਚੱਲ ਰਿਹਾ। ਇਸ ਕਰਕੇ ਪਰਮੇਸ਼ਰ ਦੇ ਦਰ ਤੋਂ ਮਨੁੱਖ ਨੂੰ ਬਰਕਤਾਂ ਮੰਗਣੀਆਂ ਚਾਹੀਦੀਆਂ। ਸਾਹਿਬ ਕਿਰਪਾ ਕਰੀ, ਭਾਵੇਂ ਥੋੜ੍ਹਾ ਦੇਈਂ, ਥੋੜ੍ਹੇ ਵਿੱਚ ਵੀ ਬਹੁਤਾ ਕਰ ਦੇਵੀਂ। ਐਸੀ ਤੇਰੀ ਰੀਤ, ਐਸੀ ਤੇਰੀ ਮਿਹਰ ਸਾਡੇ ਤੇ ਹੋਣੀ ਚਾਹੀਦੀ ਹੈ। जब मैं आए सावन की ना, ਭਇਓ ਧਰਮ ਪ੍ਰੇਤ ਸਭ ਚੀਨਾ। ਕਹਿੰਦੇ ਜਦੋਂ ਮੈਂ ਆ ਕੇ ਨਗਰ ਵਸਾਇਆ, ਫਿਰ ਜਿਹੜੇ ਪ੍ਰੇਤ ਲੋਕ ਸਨ ਇਸ ਪ੍ਰਕਾਰ ਦੀ ਮਾੜੀ ਸੋਚਾਂ ਵਾਲੇ, ਉਹਨਾਂ ਵੇਖ ਲਿਆ, ਕਿਉਂਕਿ ਉੱਥੇ ਝਗੜਾ ਚੱਲੇਗਾ ਹੀ, ਮਾੜੀ ਧਰਤੀ ਤੇ ਝਗੜਾ ਹੀ ਚੱਲਣਾ ਹੈ। ਜਿਹੜੀ ਅਵਨੀ ਕਮਾਈ ਝੂਠ ਦੀ ਹੈ, ਫਿਰ ਉੱਥੇ ਦੇ ਝਗੜੇ ਹੀ ਚੱਲਣੇ ਹਨ। ਚੱਲ ਆਏ ਲਖ ਪਾਪ ਮਹਾਨਾ, ਦੇਸ਼ ਦੇਸ਼ ਤੇ ਭੇਕ ਥਾਨਾ। ਫਿਰ ਦੇਸ਼ਾਂ ਦੇਸ਼ਾਂ ਤੋਂ ਭੂਤ ਪ੍ਰੇਤ ਇਕੱਠੇ ਹੋ ਗਏ, ਉੱਥੇ ਵਸਦੇ ਨੇ। ਐਸਾ ਥਾਂ, ਐਸਾ ਮਾੜਾ ਥਾਂ ਉਹ ਘਰ ਬਣ ਗਿਆ ਹੈ। ਇੱਥੋਂ ਤਾਈਂ ਦੀ ਆਪਾਂ ਇਹ ਕਥਾ ਹੁਣ ਸ਼ਰਵਣ ਕੀਤੀ ਹੈ। ਕੱਲ੍ਹ ਨੂੰ ਮਹਾਰਾਜ ਕਿਰਪਾ ਕਰਨ, ਅੱਗੇ ਕਿਵੇਂ ਗੁਰੂ ਅਮਰਦਾਸ ਜੀ ਜਾ ਕੇ ਕਿਵੇਂ ਉਹਨਾਂ ਪ੍ਰੇਤਾਂ ਨੂੰ ਭਜਾਉਂਦੇ ਹਨ, ਕਿਵੇਂ ਗੁਰੂ ਦਾ ਨਿਵਾਸ ਉੱਥੇ ਹੁੰਦਾ ਹੈ, ਕੱਲ੍ਹ ਨੂੰ ਆਪਾਂ ਕਥਾ ਸ਼ਰਵਣ ਕਰਾਂਗੇ। ਮਹਾਰਾਜ ਕਿਰਪਾ ਕਰਨ, ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਚਾਹੀਦਾ ਹੈ ਕਿਤੇ ਵੀ ਅਧਾਰਮਿਕ ਕੰਮ ਨਾ, ਬਾਣੀ ਦੇ ਵਿੱਚ ਨਾ ਕਹਿੰਦੇ ਕਿਹਾ ਜਾਂਦਾ ਹੈ ਜਿਸ ਦਿਨ ਰਾਵਣ ਦੁਨੀਆ ਤੋਂ ਚੜ੍ਹਾਈ ਕੀਤਾ ਨਾ, ਸ਼੍ਰੀ ਰਾਮਚੰਦਰ ਨੇ ਲਕਸ਼ਮਣ ਨੂੰ ਕਿਹਾ, ਲਕਸ਼ਮਣ ਦੁਨੀਆ ਦਾ ਬੜਾ ਵੱਡਾ ਸਿਆਣਾ ਮਨੁੱਖ ਦੁਨੀਆ ਤੋਂ ਚੱਲਿਆ, ਕੋਈ ਇਹ ਤੋਂ ਗੁਣ ਲੈ ਲਾ। ਭਾਵੇਂ ਕਿ ਇਹ ਗੁਣ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ 'ਚ ਵੀ ਹੈ, ਮਹਾਰਾਜ ਵੀ ਕਰਦੇ ਨੇ। ਕਹਿੰਦੇ ਲਕਸ਼ਮਣ ਗਿਆ, ਜਾ ਕੇ ਸਿਰ ਵਾਲੇ ਬੰਨੇ ਖਲੋ ਗਿਆ। ਰਾਵਣ ਨੇ ਅੱਖਾਂ ਨਾ ਖੋਲੀਆਂ ਬੈਠਾ ਰਿਹਾ, ਲੰਮਾ ਹੀ ਪਿਆ ਰਿਹਾ। ਵਾਪਸ ਆਇਆ, ਕਹਿੰਦੇ ਬੋਲਦਾ ਹੀ ਕੁਛ ਨਹੀਂ। ਕਹਿੰਦੇ ਤੈਨੂੰ ਲੈਣਾ ਹੀ ਨਹੀਂ ਆਉਂਦਾ, ਬੋਲਣਾ ਉਹਨੇ ਕੀ ਸੀ। ਜਾ ਕੇ ਉਹਦੇ ਪੈਰਾਂ ਵੱਲ ਖਲੋ, ਫਿਰ ਦੱਸੇਗਾ ਕੁਝ। ਪੈਰਾਂ ਵੱਲ ਜਾ ਕੇ ਲਕਸ਼ਮਣ ਖਲੋਤਾ, ਹੱਥ ਜੋੜੇ, ਕਹਿੰਦੇ ਮੈਨੂੰ ਕੋਈ ਗੁਣ ਬਖਸ਼ ਦਿਓ। ਕਹਿੰਦਾ ਗੁਣ ਜ਼ਿੰਦਗੀ ਦਾ ਇੱਕ ਹੀ ਸੰਭਾਲ ਕੇ ਰੱਖੀ। ਕਹਿੰਦੇ ਉਹ ਕੀ ਹੈ? ਕਹਿੰਦੇ ਜਦੋਂ ਵੀ ਧਰਮ ਦਾ ਕੰਮ ਕਰੇ ਦੇਰੀ ਨਾ ਕਰੀ, ਪਾਪ ਦਾ ਕਰਨ ਲੱਗੇ 2 ਮਿੰਟ ਦੇਰੀ ਪਾ ਲਈ, ਕੀ ਪਤਾ ਮਨ ਬਦਲ ਹੀ ਜਾਏ। ਕਦੇ ਝੂਠ ਬੋਲਣ ਲੱਗੇ ਜ਼ਿੰਦਗੀ 'ਚ 2 ਮਿੰਟ ਖਲੋ ਜਾਈ। ਅੱਜ ਕੱਲ੍ਹ ਵੇਖਿਆ ਜਾਂਦਾ ਹੈ
ਮਨੁੱਖ ਕਈ ਵਾਰੀ ਬੜਾ ਪੰਚਾਇਤੀ ਬਣ ਕੇ ਬਹਿ ਜਾਂਦਾ ਪੰਚਾਇਤ ਦੇ ਵਿੱਚ, ਮੈਂ ਕਰਾਂਗਾ ਤੁਹਾਡਾ ਫੈਸਲਾ। ਕਿਉਂਕਿ ਅੱਜ ਕੱਲ੍ਹ ਕਿੱਥੇ ਰਹੇ ਨੇ ਬੰਦੇ, ਸੱਚ ਨਹੀਂ ਰਿਹਾ ਕਿਸੇ ਅੰਦਰ, ਪੰਚਾਇਤੀ ਕੌਣ ਰਹਿ ਗਿਆ ਅੱਜ। ਪੰਚ ਦਾ ਮਤਲਬ ਹੁੰਦਾ ਸੱਚਾਈ, ਤੇ ਸੱਚਾਈ ਆਪਣੇ ਰਿਸ਼ਤੇਦਾਰ ਦਾ ਫੈਸਲਾ ਕਰ ਦਿੰਦਾ ਮਨੁੱਖ, ਉਹਦੇ ਵੱਲ ਦੀ ਗੱਲ ਕਰੇਗਾ ਜਿਹਦੀ ਚਾਹ ਪੀਤੀ ਹੈ। ਐਸੇ ਤੇ ਮਨੁੱਖ ਨੇ ਕਿਉਂ ਉਹਦੇ ਨਾਲ ਗੱਡੀ 'ਚ ਬਹਿ ਕੇ ਜਾਣਾ ਹੈ, ਉਹਦੀ ਹੋਈ ਗੱਲ ਕਰਨੀ ਹੈ, ਉਹਨੇ ਹੀ ਫਿਰ ਕੁਝ ਖਵਾਉਣਾ ਹੈ। ਜਿਨ੍ਹਾਂ ਅੰਦਰ ਸੱਚ ਹੈ ਪੰਚਾਇਤ ਦੀ ਗੱਲ ਤੇ ਉਹ ਕਰਨਗੇ। ਫਿਰ ਮਨੁੱਖ ਉਸ ਟਾਈਮ ਤੇ ਵੇਖਦਾ ਨਹੀਂ ਵੀ ਮੇਰੇ ਨਾਲ ਬਣਨਾ ਕੀ ਹੈ, ਉਦੋਂ ਤੇ ਕਿਸੇ ਦਾ ਗਲਾ ਘੁੱਟ ਕੇ ਤਕੜੇ ਬੰਦੇ ਦੀ ਹਮਾਇਤ ਕਰੇਗਾ। ਐਵੇਂ ਹੁੰਦਾ ਪਿੰਡਾਂ 'ਚ ਅੱਜ ਵੀ ਹੁੰਦਾ ਹੈ, ਤਕੜਿਆਂ ਦੇ ਪੰਚਾਇਤੀ ਹੁੰਦੇ ਨੇ, ਮਾੜਿਆਂ ਦਾ ਕੌਣ ਪੰਚਾਇਤੀ ਹੈ। ਲੱਖ ਕੋਈ ਦੁਨੀਆ 'ਚ ਸਰਦਾਰ ਬਣਿਆ ਫਿਰੇ, ਤਕੜੇ ਵਾਲ ਦੀ ਸਾਈਡ ਲੈਂਦੇ ਨੇ, ਮਾੜੇ ਦੀ ਕੌਣ ਲੈਂਦਾ ਹੈ ਸਾਈਡ। ਮਾੜੇ ਨੂੰ ਤੇ ਦਬਾਇਆ ਜਾਂਦਾ ਹੈ, ਭਾਵੇਂ ਉਹ ਸੱਚਾ ਵੀ ਹੈ, ਸੱਚੇ ਨੂੰ ਵੀ ਦਬਾਇਆ ਜਾਏਗਾ। ਇਸ ਕਰਕੇ ਮਨੁੱਖ ਫਿਰ ਝੂਠ ਦੇ ਪਲੰਦੇ ਬੰਨ੍ਹਦਾ ਹੈ, ਉੱਥੇ ਝੂਠੀਆਂ ਗਵਾਹੀਆਂ ਭਰੇਗਾ ਚਾਹ ਦੀਆਂ ਕੱਪਾਂ ਕਰਕੇ। ਹੋਰ ਕਾਹਦੇ ਕਰਕੇ ਕਰ ਰਿਹਾ, ਝੂਠੀਆਂ ਗਵਾਹੀਆਂ ਭਰ ਭਰ ਕੇ। ਫਿਰ ਇਹ ਨਹੀਂ ਪਤਾ ਜਿਸ ਦਿਨ ਉਹਨੇ ਬਜ਼ੁਰਗ ਹੋਣਾ, ਪਤਾ ਨਹੀਂ ਕਿਸੇ ਨੇ ਪਾਣੀ ਵੀ ਪੁੱਛਣਾ ਹੈ ਕਿ ਨਹੀਂ। ਇਹਨੇ ਇਸ ਕਰਕੇ ਰਾਵਣ ਨੇ ਕਿਹਾ ਲਕਸ਼ਮਣ, ਜ਼ਿੰਦਗੀ ਦੇ ਵਿੱਚ ਕਦੇ ਵੀ ਪਾਪ ਕਰਨ ਲੱਗੇ ਸੋਚ ਲਈ ਮਾੜਾ ਜਾ। ਮੈਂ ਕਈ ਵਾਰੀ ਸੋਚਦਾ ਹੁੰਦਾ ਹੈ, ਸਾਡੇ ਬਜ਼ੁਰਗ ਮੈਨੂੰ ਇਹ ਗੱਲ ਕਿਹਾ ਕਰਦੇ ਸੀ, ਮੇਰੇ ਦਾਦਾ ਜੀ, ਉਹਨਾਂ ਮੈਨੂੰ ਕਈ ਵਾਰੀ ਇਹ ਗੱਲ ਕਹਿਣੀ, ਕਹਿੰਦੇ ਜ਼ਿੰਦਗੀ ਵਿੱਚ ਕਦੇ ਵੀ ਕੋਈ ਫੈਸਲਾ ਕਰੇ, ਘੱਟੋ ਘੱਟ ਫੈਸਲਾ ਕਰਨ ਤੋਂ ਪਹਿਲਾਂ 2 ਦਿਨ ਦਾ ਟਾਈਮ ਅਗਲੇ ਤੋਂ ਲੈ ਲੈਣਾ ਚਾਹੀਦਾ। ਹੋ ਸਕਦਾ ਹੈ ਫੈਸਲਾ ਜ਼ਿੰਦਗੀ 'ਚ ਗਲਤ ਹੋ ਜਾਏ, ਕਿਤੇ ਬਾਹਰ ਵੀ ਜਾ ਕੇ ਬੰਦਾ ਪੰਚਾਇਤ 'ਚ ਵੀ ਬਏ, 2 ਦਿਨ ਦਾ ਟਾਈਮ ਲੈ ਲੈਣਾ ਚਾਹੀਦਾ ਹੈ। ਉਸ ਗੱਲ ਨੂੰ ਚੰਗੀ ਤਰ੍ਹਾਂ ਪਰਖ ਲੈਣਾ ਚਾਹੀਦਾ, ਕਿਤੇ ਦਾ ਕਿਸੇ ਨਾਲ ਬੇਨਿਆਈ ਤੇ ਨਹੀਂ ਹੋ ਰਹੀ ਇਹਦੇ ਵਿੱਚੋਂ। ਇਸ ਕਰਕੇ ਮੇਰੇ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਨਹਿ ਬਿਲਮ ਧਰਮੰ ਬਿਲਮ ਪਾਪੰ। ਜੇ ਦੇਰੀ ਕਰਨੀ ਹੈ ਤੇ ਪਾਪ ਵਿੱਚ ਕਰੀ, ਧਰਮ ਵਿੱਚ ਕਦੇ ਦੇਰੀ ਨਾ ਕਰੀ। ਇਸ ਕਰਕੇ ਜਦੋਂ ਅਸੀਂ ਸਤ ਸੰਗਤ ਵਿੱਚ ਆਉਂਦੇ ਹਾਂ, ਜੇ ਕੋਈ ਵਿਖਣ ਲੱਗੇ ਨਾ ਵੀ ਮਾੜਾ ਜਾਂ ਬਸ ਕੰਮ, ਕਿਉਂਕਿ ਵਿਘਨ ਪੈ ਹੀ ਜਾਂਦਾ ਹੈ, ਬਸ ਨਾਲੋਂ ਨਾਲੇ ਨਿਕਲਣਾ ਚਾਹੀਦਾ ਫਟਾਫਟ। ਪਤਾ ਨਹੀਂ ਵਿਘਨ, ਧਾਰਮਿਕ ਦੇ ਕੰਮ ਚੱਲੇ ਆ, ਪੈਰ ਚੱਲ ਪਏ ਨੇ ਗੁਰਦੁਆਰੇ ਵੱਲ ਨੂੰ, ਬਸ ਚੱਲ ਪੈਣਾ ਚਾਹੀਦਾ ਹੈ। ਕਿਉਂਕਿ ਕੰਮ ਤੇ ਪਤਾ ਨਹੀਂ ਕਿਹੜਾ ਕਦੋਂ ਧਰਮ ਦੇ ਕੰਮ ਚੜ੍ਹਦੇ ਆ ਕੇ, ਪਰ ਜਦੋਂ ਮਾੜੇ ਬੰਨੇ ਪੈਰ ਜਾਣ, ਖਲੋ ਜਾਣਾ ਚਾਹੀਦਾ ਹੈ। ਇਸ ਕਰਕੇ ਗੁਰੂ ਜੀ ਕਿਰਪਾ ਕਰਨ, ਸਭ ਨੂੰ ਨਾਮ ਦੀ ਦਾਤ, ਗੁਰਬਾਣੀ ਗੁਰਸਿੱਖੀ ਦੀ ਦਾਤ ਬਖਸ਼ਣ। ਸਾਹਿਬ ਜੀ ਇਹ ਕਿਰਪਾ ਕਰਨ, ਸਭਨਾਂ ਦਿਆਂ ਘਰਾਂ ਪਰਿਵਾਰਾਂ 'ਚ ਨਾਮ ਦੀ ਦਾਤ, ਸੱਚਾਈ ਦੀ ਦਾਤ, ਗੁਰਸਿੱਖੀ ਦੀ ਦਾਤ ਬਖਸ਼ ਕੇ ਨਿਵਾਜਣ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।